ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਸਧਾਰਨ ਜਿਹੇ ਪਿੰਡ ਵਿੱਚ ਇੱਕ ਬਹੁਤ ਖਾਸ ਕਿਸਮ ਦੀ ਦੁਕਾਨ ਸੀ। ਉਸ ਦੁਕਾਨ ਦਾ ਮਾਲਕ ਸੀ ਭੀਮਾ। ਭੀਮੇ ਦੇ ਕੋਲ ਹਰ ਇੱਕ ਉਹ ਸ਼ੈ ਸੀ ਜਿਹੜੀ ਇੱਕ ਦੁਕਾਨ ਦੇ ਵਿੱਚ ਹੋਣੀ ਚਾਹੀਦੀ ਹੈ। ਦੂਰ ਦੂਰ ਦੇ ਪਿੰਡਾਂ ਤੱਕ, ਦੂਰ ਦੂਰ ਦੇ ਨਗਰਾਂ ਤੱਕ ਕੋਈ ਵੀ ਇਹੋ ਜਿਹੀ ਦੁਕਾਨ ਨਹੀਂ ਸੀ। ਭੀਮਾ ਬਹੁਤ ਤਨਦੇਹੀ ਨਾਲ ਕੰਮ ਕਰਿਆ ਕਰਦਾ ਸੀ। ਸਵੇਰ ਵੇਲੇ ਆ ਜਾਇਆ ਕਰਦਾ ਤੇ ਰਾਤ ਹੁੰਦਿਆਂ ਜਾਇਆ ਕਰਦਾ। ਬਹੁਤ ਜ਼ਿਆਦਾ ਉਹ ਮਿਹਨਤ ਦੇ ਨਾਲ ਕੰਮ ਕਰਦਾ ਸੀ ਤੇ ਪ੍ਰਮਾਤਮਾ ਨੇ ਉਸ ਦੀ ਮਿਹਨਤ ਨੂੰ ਫਲ ਵੀ ਬਹੁਤ ਲਾਇਆ ਸੀ। ਉਹੋ ਜੀ ਦੁਕਾਨ ਇਲਾਕੇ ਦੇ ਵਿੱਚ ਹੈ ਨਹੀਂ ਸੀ ਤੇ ਉਸ ਦਾ ਘਰ ਇੰਨਾ ਆਲੀਸ਼ਾਨ ਘਰ ਸੀ ਕਿ ਜਿਵੇਂ ਕਿਸੇ ਰਾਜੇ ਦਾ ਮਹਿਲ ਹੋਵੇ। ਉਹਦੇ ਘਰ ਵਿੱਚ ਹਰ ਕਿਸਮ ਦੀ ਸੁੱਖ ਸੁਵਿਧਾ ਉਪਲਬਧ ਸੀ। ਹਰ ਕੋਈ ਇਹੀ ਆਂਦਾ ਸੀ ਕਿ ਭੀਮਾ ਪਿਛਲੇ ਜਨਮ ਦੇ ਵਿੱਚ ਕੋਈ ਬਹੁਤ ਵੱਡਾ ਰੱਬ ਦਾ ਭਗਤ ਰਿਹਾ ਹੋਵੇਗਾ। ਇਸਨੇ ਬਹੁਤ ਕੋਈ ਦੁਨਾਈ ਦੇ ਕੰਮ ਕੀਤੇ ਹੋਣਗੇ, ਬਹੁਤ ਚੰਗਿਆਈ ਦੇ ਕੰਮ ਕੀਤੇ ਹੋਣਗੇ ਜੋ ਪ੍ਰਮਾਤਮਾ ਨੇ ਇਸ ਨੂੰ ਇੰਨੇ ਰੰਗ ਭਾਗ ਲਾਏ ਨੇ। ਭੀਮੇ ਦਾ ਪੁੱਤਰ ਸੀ ਮਨੋਹਰ ਤੇ ਉਹ ਵੀ ਬੜਾ ਹੋਣਹਾਰ ਸੀ, ਬਹੁਤ ਲਾਇਕ ਬੱਚਾ ਸੀ। ਤਨਦੇਹੀ ਨਾਲ ਪੜ੍ਹਾਈ ਕਰਦਾ ਸੀ। ਹਰ ਕੋਈ ਜਦੋਂ ਵੀ ਕਿਸੇ ਦੀ ਮਿਸਾਲ ਦਿਆ ਕਰਦਾ ਤੇ ਇਸੇ ਪਰਿਵਾਰ ਦੀ ਮਿਸਾਲ ਦਿਆ ਕਰਦਾ। ਭੀਮੇ ਬਾਰੇ ਇੱਕ ਗੱਲ ਹੋਰ ਵੀ ਮਸ਼ਹੂਰ ਸੀ ਕਿ ਇਹ ਅਸੂਲਾਂ ਵਾਲਾ ਬੰਦਾ ਹੈ। ਇਹਦੇ ਕੁਝ ਅਸੂਲ ਨੇ ਜਿਨ੍ਹਾਂ ਤੋਂ ਇਹ ਕਦੇ ਡੋਲਦਾ ਨਹੀਂ। ਇਸੇ ਕਰਕੇ ਇਸਨੇ ਇੱਕ ਅਸੂਲ ਇਹ ਵੀ ਬਣਾਇਆ ਹੋਇਆ ਸੀ ਕਿ ਮੈਂ ਦੁਕਾਨ ਤੇ ਕਦੀ ਵੀ ਮਾੜੇ ਮਿਆਰ ਦਾ ਸਮਾਨ ਨਹੀਂ ਵੇਚਾਂਗਾ। ਮੈਂ ਕਦੀ ਕਿਸੇ ਨੂੰ ਉਧਾਰ ਵੀ ਨਹੀਂ ਦੇਵਾਂਗਾ, ਚਾਹੇ ਕੋਈ ਬਾਹਰਲੇ ਪਿੰਡ ਦਾ ਹੁੰਦਾ ਤੇ ਚਾਹੇ ਕੋਈ ਉਸਦੇ ਆਪਣੇ ਪਿੰਡ ਦਾ। ਉਹ ਕਦੀ ਕਿਸੇ ਦਾ ਇਸ ਮਾਮਲੇ ਦੇ ਵਿੱਚ ਲਿਹਾਜ਼ ਨਹੀਂ ਸੀ ਕਰਦਾ। ਜਦੋਂ ਕਿਸੇ ਨੇ ਕੋਈ ਸਮਾਨ ਲੈਣ ਆਇਆ ਕਰਨਾ ਤਾਂ ਉਸਨੇ ਉਸ ਤੋਂ ਨਗਦ ਪੈਸੇ ਲਿਆ ਕਰਨੇ ਤੇ ਇਹ ਆਖਿਆ ਕਰਨਾ ਕਿ ਜੇਕਰ ਮੈਂ ਉਧਾਰ ਲਵਾਂਗਾ ਤਾਂ ਆਪਣੀ ਲਿਹਾਜ਼ ਵਿਗੜ ਜਾਵੇਗੀ, ਇਹਦੇ ਵਿੱਚ ਫਾਇਦਾ ਕੋਈ ਨਹੀਂ। ਇਸ ਤਰ੍ਹਾਂ ਕਰਨ ਨਾਲੋਂ ਬਿਹਤਰ ਇਹੀ ਹੈ ਕਿ ਤੁਸੀਂ ਸਮਾਨ ਕਿਤੋਂ ਹੋਰੋਂ ਲੈ ਲਵੋ ਤੇ ਜੇ ਤੁਹਾਡੇ ਕੋਲ ਨਗਦ ਪੈਸੇ ਨੇ ਫਿਰ ਮੈਂ ਤੁਹਾਨੂੰ ਸਮਾਨ ਦੇ ਦੇਣਾ। ਉਸ ਦੀ ਇਸ ਆਦਤ ਕਰਕੇ ਬਹੁਤ ਸਾਰੇ ਲੋਕ ਹੁਣ ਉਸ ਤੋਂ ਪਰੇਸ਼ਾਨ ਹੋ ਜਾਇਆ ਕਰਦੇ ਸੀ। ਸਮਾਂ ਬੀਤਿਆ। ਇੱਕ ਦਿਨ ਉਸ ਦੇ ਗੁਆਂਢੀ ਕੋਲੇ ਪੈਸੇ ਦੀ ਕਮੀ ਆ ਗਈ, ਥੋੜ ਆ ਗਈ। ਉਹ ਵੀ ਉਸ ਦੀ ਦੁਕਾਨ ਤੇ ਆ ਗਿਆ। ਆ ਕੇ ਕਹਿੰਦਾ ਕਿ ਭੀਮੇ ਭਰਾ, ਮੈਨੂੰ ਸਮਾਨ ਚਾਹੀਦਾ ਹੈ, ਘਰੇ ਰਾਸ਼ਨ ਮੁੱਕ ਗਿਆ ਤੇ ਅੱਜ ਰਾਤ ਦੀ ਰੋਟੀ ਵੀ ਨਹੀਂ ਪੱਕਣੀ। ਪਰ ਪਰੇਸ਼ਾਨੀ ਇਹ ਹੈ ਕਿ ਮੇਰੇ ਕੋਲੇ ਪੈਸਾ ਇੱਕ ਵੀ ਨਹੀਂ। ਤੂੰ ਮੈਨੂੰ ਸਮਾਨ ਦੇ ਦੇ, ਜਿਵੇਂ ਮੇਰੀ ਤਨਖਾਹ ਆਈ ਮੈਂ ਤੈਨੂੰ ਪੈਸੇ ਦੇ ਜਾਵਾਂਗਾ। ਭੀਮੇ ਨੇ ਕਿਹਾ ਕਿ ਦੇਖ ਭਾਈ, ਤੈਨੂੰ ਮੇਰਾ ਪਤਾ ਹੈ, ਮੈਂ ਉੱਚ ਕੋਟੀ ਦਾ ਸਮਾਨ ਰੱਖਦਾ ਹਾਂ। ਮੈਂ ਬਹੁਤ ਚੰਗੇ ਮਿਆਰ ਦੀਆਂ ਚੀਜ਼ਾਂ ਲੈ ਕੇ ਆਉਣਾ ਹੈ। ਮੈਂ ਕਦੇ ਵੀ ਸਮਾਨ ਦੇ ਵਿੱਚ ਮਿਲਾਵਟ ਨਹੀਂ ਕਰਦਾ। ਮੈਂ ਜੋ ਕੁਝ ਵੀ ਵਟਦਾ ਹਾਂ ਉਸ ਨੂੰ ਇੱਥੇ ਹੀ ਲਾ ਦਿੰਦਾ। ਪਰ ਮੈਂ ਇਸੇ ਕਰਕੇ ਲਾਉਣਾ ਹਾਂ ਕਿਉਂਕਿ ਮੈਂ ਲੋਕਾਂ ਤੋਂ ਨਗਦ ਪੈਸੇ ਲੈਣਾ। ਮੈਂ ਕਦੇ ਉਧਾਰ ਨਹੀਂ ਕਰਦਾ। ਤੂੰ ਮੇਰਾ ਜਿੰਨਾ ਮਰਜ਼ੀ ਕਰੀਬੀ ਹੋਵੇਂ, ਜਿੰਨਾ ਮੇਰਾ ਮਰਜ਼ੀ ਸੱਜਣ ਹੋਵੇਂ, ਪਰ ਮੈਨੂੰ ਮੁਆਫ ਕਰੀ, ਮੈਂ ਤੈਨੂੰ ਉਧਾਰਾ ਸਮਾਨ ਨਹੀਂ ਦੇ ਸਕਦਾ। ਉਹ ਉਹਦੇ ਅੱਗੇ ਫਿਰ ਦੁਬਾਰਾ ਦਰਖਾਸਤ ਕਰਦਾ ਹੈ, ਮਿੰਨਤਾਂ ਵੀ ਕਰਦਾ ਹੈ, ਪਰ ਭੀਮਾ ਕਹਿੰਦਾ ਕਿ ਨਹੀਂ। ਕੋਲ ਖੜੇ ਲੋਕ ਬੜੇ ਹੈਰਾਨ ਹੁੰਦੇ ਨੇ ਕਿ ਕੰਧ ਨਾਲ ਕੰਧ ਸਾਂਝੀ ਹੋਵੇ ਤੇ ਬੰਦਾ ਇਸ ਤਰ੍ਹਾਂ ਦਾ ਵਤੀਰਾ ਕਰੇ। ਹੌਲੀ ਹੌਲੀ ਹੋਇਆ ਕਿ ਲੋਕਾਂ ਦੇ ਮੂੰਹ ਵਿੱਚ ਇਹ ਗੱਲ ਚੜ੍ਹ ਗਈ ਕਿ ਇਹ ਬੰਦਾ ਕੋਈ ਦਾਨ ਨਹੀਂ ਕਰਦਾ, ਕੋਈ ਪੁੰਨ ਨਹੀਂ ਕਰਦਾ, ਬਹੁਤ ਮਾੜੀ ਕਿਸਮ ਦਾ ਬੰਦਾ, ਹਰੇਕ ਦੇ ਨਾਲ ਕੂੜਾ ਕਰਾਰਾ ਰਹਿੰਦਾ। ਇਹ ਗੱਲ ਦੇ ਨਗਰ ਵਿੱਚ ਥਾਂ ਥਾਂ ਤੇ ਚਰਚੇ ਹੋਣ ਲੱਗੇ। ਤੁਹਾਨੂੰ ਪਤਾ ਕਿ ਲੋਕ ਜਦੋਂ ਚਰਚਾ ਕਰਦੇ ਆ ਤੇ ਇੱਕੋ ਗੱਲ ਨੂੰ ਵਾਰ-ਵਾਰ ਕਰਦੇ ਆ। ਹਰ ਇੱਕ ਦੀ ਜ਼ੁਬਾਨ ਤੇ ਇਹ ਗੱਲ ਆ ਗਈ ਕਿ ਭਾਈ ਇਹ ਬੰਦਾ ਤਾਂ ਨਾਸਤਕ ਜਿਹੀ ਕਿਸਮ ਦਾ ਹੈ। ਇਸ ਨੂੰ ਕਿਸੇ ਧਾਰਮਿਕ ਸਥਾਨ ਤੇ ਜਾਂਦਿਆਂ ਵੀ ਨਹੀਂ ਦੇਖਿਆ। ਇਹ ਕਦੇ ਵੀ ਦਾਨ ਦੇ ਕੰਮ ਨਹੀਂ ਕਰਦਾ। ਤੇ ਦੂਜੇ ਪਾਸੇ ਦੇਖੋ, ਪਿੰਡ ਦੇ ਵਿੱਚ ਕਿੰਨੀ ਵਧੀਆ ਇੱਕ ਧਰਮਸ਼ਾਲਾ ਚਲਾ ਰਿਹਾ ਹੈ ਮੰਗਾ ਨਾਮ ਦਾ ਸ਼ਖਸ। ਉਸਨੇ ਕਦੀ ਕਿਸੇ ਨੂੰ ਮੋੜਿਆ ਵੀ ਨਹੀਂ। ਉਸਦਾ ਤੇ ਕੋਈ ਕਾਰੋਬਾਰ ਵੀ ਨਹੀਂ, ਉਸਦਾ ਤੇ ਕੋਈ ਫਾਇਦਾ ਵੀ ਨਹੀਂ। ਦਰਅਸਲ ਪਿੰਡ ਦੇ ਦੂਜੇ ਪਾਸੇ ਇੱਕ ਧਰਮਸ਼ਾਲਾ ਸੀ। ਉਸ ਨੂੰ ਮੰਗਾ ਨਾਮ ਦਾ ਇਨਸਾਨ ਚਲਾਉਂਦਾ ਸੀ। ਉਸਨੇ ਕਦੀ ਕਿਸੇ ਨੂੰ ਮਨਾ ਨਹੀਂ ਸੀ ਕੀਤਾ। ਕੋਈ ਦੇਰ ਆਵੇ, ਕੋਈ ਸਵੇਰ ਆਵੇ, ਉਹਦੇ ਕੋਲੋਂ ਆ ਕੇ ਰੱਜ ਕੇ ਖਾ ਕੇ ਜਾਇਆ ਕਰਦੇ ਸਨ। ਕਦੀ ਉਸਨੇ ਕਿਸੇ ਨੂੰ ਮੋੜਿਆ ਹੀ ਨਹੀਂ ਸੀ ਕਿ ਤੂੰ ਸਾਡੇ ਨਗਰ ਦਾ ਹੈ ਜਾਂ ਨਹੀਂ, ਤੂੰ ਕਿਸੇ ਹੋਰ ਪਿੰਡ ਦਾ, ਕੋਈ ਗੱਲ ਨਹੀਂ। ਉਹਦੇ ਕੋਲੇ ਕਹਿੰਦੇ ਕਿ ਹਰ ਵੇਲੇ ਖਾਣਾ ਉਪਲਬਧ ਹੁੰਦਾ ਸੀ। ਗਰੀਬ, ਮਸਕੀਨ, ਲੋੜਵੰਦ ਉੱਥੇ ਆ ਕੇ ਭੋਜਨ ਕਰਿਆ ਕਰਦੇ ਸਨ। ਜੇ ਕੋਈ ਰਾਤ ਨੂੰ ਰਹਿਣ ਵਾਲਾ ਵੀ ਆਉਂਦਾ ਸੀ ਤਾਂ ਉਹਦੇ ਲਈ ਵੀ ਉਹ ਕੋਈ ਨਾ ਕੋਈ ਪ੍ਰਬੰਧ ਕਰ ਦਿਆ ਕਰਦਾ ਸੀ। ਸੋ ਮੰਗੇ ਦੇ ਚਰਚੇ ਵੀ ਪਿੰਡ ਵਿੱਚ ਹੋਣ ਲੱਗੇ ਕਿ ਇੱਕ ਪਾਸੇ ਮੰਗਾ ਧਰਮਸ਼ਾਲਾ ਵਾਲਾ ਦੇਖੋ ਤੇ ਦੂਜੇ ਪਾਸੇ ਭੀਮਾ ਦੁਕਾਨਦਾਰ। ਇਹਨਾਂ ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਦਿਨ ਇਸੇ ਤਰੀਕੇ ਨਾਲ ਤੁਰਦੀ ਤੁਰਦੀ ਗੱਲ ਉਸਦੇ ਬੇਟੇ ਮਨੋਹਰ ਅਤੇ ਉਸਦੀ ਪਤਨੀ ਕੋਲ ਵੀ ਆ ਪਹੁੰਚੀ। ਦੋਵੇਂ ਬਹੁਤ ਦੁਖੀ ਹੋਏ, ਪਰੇਸ਼ਾਨ ਹੋਏ, ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਮਨੋਹਰ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ, ਪਿਤਾ ਜੀ ਕੋਲੇ ਇੰਨਾ ਪੈਸਾ ਹੋਣ ਦੇ ਬਾਵਜੂਦ ਇਹ ਦਾਨ ਨਹੀਂ ਕਰਦੇ। ਮੈਨੂੰ ਇਸ ਗੱਲ ਤੋਂ ਬਹੁਤ ਬੁਰਾ ਲੱਗਦਾ ਹੈ। ਮੇਰੇ ਯਾਰ ਦੋਸਤ, ਮੇਰੇ ਮਿੱਤਰ, ਹੋਰ ਵੀ ਆਪਣੇ ਪਿੰਡ ਦੇ ਲੋਕ ਇਹ ਗੱਲ ਮੂੰਹ ਜੋੜ ਜੋੜ ਕੇ ਕਰਦੇ ਨੇ। ਮੈਨੂੰ ਇਸ ਗੱਲ ਤੋਂ ਬੜੀ ਪਰੇਸ਼ਾਨੀ ਹੈ। ਕਿੱਡੀ ਕੁ ਗੱਲ ਹੈ ਜੇ ਉਹ ਦਾਨ ਪੁੰਨ ਕਰ ਦਿਆ ਕਰਨ, ਕਿੱਡੀ ਕੁ ਗੱਲ ਹੈ ਜੇ ਉਹ ਕਿਸੇ ਨੂੰ ਉਧਾਰੀ ਦੇ ਦਿਆ ਕਰਨ। ਇਹ ਗੱਲਬਾਤ ਭੀਮੇ ਦੁਕਾਨਦਾਰ ਨੇ ਸੁਣ ਲਈ ਤੇ ਕਿਹਾ ਕਿ ਦੇਖੋ,
ਇਹ ਮੇਰਾ ਮਾਮਲਾ ਹੈ, ਮੈਂ ਕਿਸੇ ਨੂੰ ਕੁਝ ਦੇਵਾਂ ਜਾਂ ਨਾ ਦੇਵਾਂ, ਤੁਸੀਂ ਜੋ ਮੰਗਦੇ ਹੋ ਤੁਹਾਨੂੰ ਮਿਲ ਰਿਹਾ, ਇਸ ਕਰਕੇ ਅੱਜ ਤੋਂ ਬਾਅਦ ਮੈਨੂੰ ਇਹੋ ਜਿਹਾ ਪਾਠ ਪੜ੍ਹਾਉਣ ਦਾ ਯਤਨ ਨਾ ਕਰਿਓ। ਇੰਨੀ ਗੱਲ ਕਹਿ ਕੇ ਉਹ ਵਾਪਸ ਦੁਕਾਨ ਤੇ ਚਲਿਆ ਗਿਆ। ਪਰ ਪ੍ਰਮਾਤਮਾ ਦੀ ਪਤਾ ਨਹੀਂ ਕੀ ਰਜਾ ਸੀ। ਅਚਾਨਕ ਦੁਕਾਨ ਤੇ ਜਾ ਕੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਾਲੇ ਕਹਿੰਦੇ ਕਿ ਇਸ ਨੂੰ ਲਕਵਾ ਮਾਰ ਗਿਆ, ਸ਼ਾਇਦ ਇਹ ਬਹੁਤ ਥੋੜੇ ਦਿਨਾਂ ਦਾ ਮਹਿਮਾਨ ਰਹਿ ਗਿਆ। ਪਿੰਡ ਵਾਲੇ ਲੋਕ ਆਪਸ ਵਿੱਚ ਫਿਰ ਗੱਲਾਂ ਕਰਦੇ ਕਿ ਇਹ ਤੇ ਹੋਣਾ ਹੀ ਸੀ, ਇਸ ਨੇ ਪ੍ਰਮਾਤਮਾ ਦਾ ਕਦੀ ਨਾਮ ਨਹੀਂ ਸੀ ਲਿਆ, ਇਹ ਦਿੱਕਤ ਤੇ ਆਉਣੀ ਹੀ ਆਉਣੀ ਸੀ। ਪਰ ਪ੍ਰਮਾਤਮਾ ਦੀ ਰਜਾ ਕੀ ਸੀ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਭੀਮੇ ਦੁਕਾਨਦਾਰ ਨੂੰ ਲਕਵਾ ਜ਼ਰੂਰ ਮਾਰ ਗਿਆ, ਪਰ ਉਸ ਦੀ ਹਾਲਤ ਸਥਿਰ ਸੀ, ਉਸ ਦੀ ਹਾਲਤ ਵਿਗੜੀ ਨਹੀਂ, ਉਹ ਠੀਕ ਠਾਕ ਸੀ। ਥੋੜੇ ਦਿਨਾਂ ਬਾਅਦ ਭੀਮੇ ਦੀ ਪਤਨੀ ਨੇ ਆਪਣੇ ਬੇਟੇ ਮਨੋਹਰ ਨੂੰ ਕਿਹਾ ਕਿ ਪੁੱਤਰ, ਆਪਣਾ ਨੁਕਸਾਨ ਬਹੁਤ ਹੋ ਰਿਹਾ, ਆਪਾਂ ਸਮਾਨ ਬਹੁਤ ਰੱਖਿਆ ਹੈ ਮਾਲ ਘਰ ਦੇ ਵਿੱਚ, ਸਾਰਾ ਖਰਾਬ ਹੋ ਜਾਵੇਗਾ ਜੇ ਵੇਚਿਆ ਨਾ, ਦੁਕਾਨ ਦੀ ਜ਼ਿੰਮੇਵਾਰੀ ਤੂੰ ਲੈ ਲੈ। ਮੰਨਿਆ ਕਿ ਉੱਥੇ ਆਪਣਾ ਇੱਕ ਬਹੁਤ ਵਫਾਦਾਰ ਨੌਕਰ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ, ਪਰ ਜਿੰਨਾ ਚਿਰ ਤੂੰ ਉੱਥੇ ਨਹੀਂ ਹੋਵੇਂਗਾ ਉੱਥੇ ਵਿਕਰੀ ਉਸ ਪੱਧਰ ਦੀ ਨਹੀਂ ਹੋਣੀ। ਬੇਟੇ ਮਨੋਹਰ ਨੇ ਸੋਚਿਆ ਕਿ ਹਾਂ, ਮਾਂ ਠੀਕ ਕਹਿ ਰਹੀ ਹੈ। ਉਹ ਦੁਕਾਨ ਤੇ ਚਲਿਆ ਗਿਆ। ਉਸਨੇ ਦੁਕਾਨ ਸਾਂਭਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਸਦੇ ਮਨ ਵਿੱਚ ਆਇਆ ਕਿ ਮੈਂ ਵਹੀ ਖਾਤੇ ਫਰੋਲਾਂ ਕਿ ਕਿੰਨਾ ਕੁ ਪੈਸਾ ਮੇਰੇ ਬਾਪ ਨੇ ਕਮਾਇਆ ਤੇ ਜੇ ਕਿਸੇ ਨੂੰ ਦਿੱਤਾ ਹੈ ਤਾਂ ਕਿੰਨਾ ਕੁ ਹੈ। ਵਹੀ ਖਾਤੇ ਫਰੋਲਦਿਆਂ ਉਸਦੇ ਅੱਗੇ ਅਚਾਨਕ ਇੱਕ ਵਹੀ ਆਈ ਜਿਹਦੇ ਉੱਤੇ ਮੰਗਾ ਲਿਖਿਆ ਹੋਇਆ ਸੀ। ਮੰਗਾ ਪਿੰਡ ਵਿੱਚ ਇੱਕੋ ਹੀ ਸੀ, ਮੰਗਾ ਧਰਮਸ਼ਾਲਾ ਵਾਲਾ। ਜਦੋਂ ਵਹੀ ਦੇਖਦਾ ਤਾਂ ਬੜਾ ਹੈਰਾਨ ਹੋ ਜਾਂਦਾ। ਹਰੇਕ ਮਹੀਨੇ ਇੱਕ ਵੱਡੀ ਰਕਮ ਉਸਦਾ ਪਿਤਾ ਭੀਮਾ ਉਸ ਮੰਗੇ ਨੂੰ ਦੇ ਰਿਹਾ ਸੀ। ਉਸਨੇ ਆਪਣੇ ਵਫਾਦਾਰ ਨੌਕਰ ਨੂੰ ਬੁਲਾਇਆ ਤੇ ਉਸਨੂੰ ਸਾਰੀ ਗੱਲ ਪੁੱਛੀ। ਉਸਨੇ ਦੱਸ ਦਿੱਤਾ ਕਿ ਤੁਹਾਡੇ ਪਿਤਾ ਜੀ ਜਿੰਨੀ ਵੀ ਇਸ ਧਰਮਸ਼ਾਲਾ ਦਾ ਖਰਚਾ ਸੀ, ਜਿੰਨੀ ਲਾਗਤ ਆਉਂਦੀ ਸੀ, ਉਹ ਉਹੀ ਪੈਸਾ ਦਿੰਦੇ ਸਨ, ਹੋਰ ਖੁਦ ਸੋਚੋ ਪੈਸਾ ਕਿੱਥੋਂ ਆਉਂਦਾ ਸੀ। ਮਨੋਹਰ ਕਹਿਣ ਲੱਗਿਆ ਕਿ ਜੇਕਰ ਇਹ ਗੱਲ ਸੀ ਤਾਂ ਪਿਤਾ ਜੀ ਨੇ ਕਦੀ ਪਿੰਡ ਵਾਲਿਆਂ ਨੂੰ ਇਹ ਗੱਲ ਕਿਉਂ ਨਾ ਦੱਸੀ ਕਿ ਭਾਈ ਮੈਂ ਦਾਨ ਪੁੰਨ ਕਰਦਾ ਹਾਂ, ਜਿਹੜੀ ਇਹ ਧਰਮਸ਼ਾਲਾ ਚੱਲਦੀ ਹੈ ਉਹ ਮੈਂ ਹੀ ਚਲਾ ਰਿਹਾ। ਤਾਂ ਅੱਗੋਂ ਵਫਾਦਾਰ ਨੌਕਰ ਉੱਤਰ ਦਿੰਦਾ ਹੈ ਕਿ ਉਹ ਕਹਿੰਦੇ ਸੀ ਕਿ ਦਾਨ ਦੇ ਵਿੱਚ ਮੇਰਾ ਵਿਸ਼ਵਾਸ ਹੈ, ਪਰ ਦਾਨ ਦੇ ਕੇ ਥਾਂ ਥਾਂ ਤੇ ਢੰਡੋਰਾ ਪਿੱਟਣਾ, ਇਹਦੇ ਵਿੱਚ ਮੇਰਾ ਪੂਰਾ ਹੀ ਵਿਸ਼ਵਾਸ ਨਹੀਂ। ਦਾਨ ਉਹੀ ਲੱਗਦਾ ਹੈ ਜੋ ਬੰਦੇ ਨੇ ਗੁਪਤ ਦਾਨ ਦੇ ਦਿੱਤਾ, ਜੋ ਬੰਦੇ ਨੇ ਚੁੱਪ ਚਪੀਤੇ ਦੇ ਦਿੱਤਾ, ਜਿਹਦੇ ਬਾਰੇ ਕਿਸੇ ਨੂੰ ਖਬਰ ਤੱਕ ਨਹੀਂ ਮਿਲੀ, ਦਾਨ ਉਹੀ ਲੱਗਦਾ ਹੈ। ਸ਼ਾਇਦ ਇਹੀ ਕਾਰਨ ਸੀ ਕਿ ਹੁਣ ਤੱਕ ਭੀਮੇ ਦੁਕਾਨਦਾਰ ਦੀ ਹਾਲਤ ਸਥਿਰ ਸੀ। ਹੌਲੀ ਹੌਲੀ ਰੱਬ ਦੀ ਕਿਰਪਾ ਹੋਈ ਕਿ ਉਹ ਬਿਲਕੁਲ ਠੀਕ ਠਾਕ ਹੋ ਗਏ। ਹਸਪਤਾਲ ਦੇ ਵਿੱਚੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਤੇ ਇਹ ਕਿਹਾ ਗਿਆ ਕਿ 1 ਮਹੀਨੇ ਤੱਕ ਦੁਬਾਰਾ ਆਪਣੇ ਕੰਮ ਤੇ ਵੀ ਪਰਤ ਸਕਦੇ ਨੇ। ਭੀਮਾ ਖੁਸ਼ ਸੀ, ਬੇਟਾ ਮਨੋਹਰ ਵੀ ਖੁਸ਼ ਸੀ, ਪਤਨੀ ਵੀ ਖੁਸ਼ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਡਾਕਟਰ ਨੇ ਪਹਿਲੇ ਦਿਨ ਹੀ ਸੱਚਾਈ ਦੱਸ ਦਿੱਤੀ ਸੀ ਤੇ ਇਹਨਾਂ ਦੇ ਮਨ ਵਿੱਚ ਇਹ ਗੱਲ ਸੀ ਕਿ ਜਿੱਥੋਂ ਭੀਮਾ ਦੁਕਾਨਦਾਰ ਵਾਪਸ ਪਰਤਿਆ ਹੈ ਉੱਥੋਂ ਵਾਪਸ ਕੋਈ ਨਹੀਂ ਪਰਤਦਾ। ਇਹ ਇੱਕ ਚਮਤਕਾਰ ਸੀ, ਚਮਤਕਾਰ ਤੋਂ ਘੱਟ ਕੁਝ ਵੀ ਨਹੀਂ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਧਰਮਸ਼ਾਲਾ ਹੈ ਉਹ ਉਸੇ ਤਰੀਕੇ ਨਾਲ ਚੱਲਦੀ ਰਹੇਗੀ, ਤਾਂ ਉਮਰ ਚੱਲਦੀ ਰਹੇਗੀ ਤੇ ਉਸੇ ਤਰੀਕੇ ਨਾਲ ਗੁਪਤ ਢੰਗ ਨਾਲ, ਕਦੀ ਕਿਸੇ ਨੂੰ ਕੰਨੋਂ ਕੰਨ ਵੀ ਖਬਰ ਨਹੀਂ ਪੈਣ ਦੇਣੀ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸਭ ਤੋਂ ਵੱਡੀ ਸਿੱਖਿਆ ਤੇ ਇਹ ਦਿੰਦਾ ਹੈ ਕਿ ਜੇਕਰ ਅਸੀਂ ਦਾਨ ਕਰਨਾ ਹੈ, ਜੇ ਪ੍ਰਮਾਤਮਾ ਦੇ ਨਾਮ ਤੇ ਕੁਝ ਖਰਚ ਕਰਨਾ ਹੈ, ਜੇ ਕਿਸੇ ਲੋੜਵੰਦ ਨੂੰ, ਗਰੀਬ ਮਸਕੀਨ ਨੂੰ ਦੇਣਾ ਤਾਂ ਚੁੱਪ ਚਪੀਤੇ ਦਿਓ, ਢੰਡੋਰਾ ਨਾ ਪਿੱਟੋ, ਰੌਲਾ ਪਾਉਣ ਦੀ ਲੋੜ ਨਹੀਂ। ਲੋਕ ਕੀ ਕਹਿੰਦੇ ਨੇ, ਲੋਕਾਂ ਦੇ ਕਹਿਣ ਨਾਲ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਦਾਨ ਕਰਦੇ ਹਾਂ, ਪਰਮਾਤਮਾ ਦੀ ਦਰਗਾਹ ਵਿੱਚ ਅਸੀਂ ਸੱਚੇ ਸਿੱਧ ਹੋ ਜਾਂਦੇ ਹਾਂ, ਅਸੀਂ ਸੱਚੇ ਸੁੱਚੇ ਸਾਬਤ ਹੋ ਜਾਂਦੇ ਹਾਂ। ਸੋ ਜ਼ਰੂਰੀ ਨਹੀਂ ਕਿ 2 ਰੁਪਈਏ ਲਾ ਕੇ ਉਹਦੇ ਉੱਤੇ 10 ਰੁਪਈਏ ਦਾ ਰੌਲਾ ਪਾਉਣ ਦਾ ਖਰਚ ਕਰ ਦਿਓ। ਬਿਹਤਰ ਇਹ ਹੋਵੇਗਾ ਕਿ ਉਹਨਾਂ 10 ਵਿੱਚੋਂ ਵੀ ਕੁਝ ਦਾਨ ਕਰ ਦਿਓ। ਸੋ ਕਦੇ ਵੀ ਦਾਨ ਕਰਨਾ ਹੈ ਚੁੱਪ ਚਪੀਤੇ ਕਰੋ, ਪਰਮਾਤਮਾ ਉਸ ਦਾ ਵੱਧ ਫਲ ਦਿੰਦੇ ਹਨ।